ਥੈਂਕ ਯੂ ਜੀਸਸ। ਕਿੰਨੇ ਜਣੇ ਨੇ ਵਚਨ ਸੁਣਿਆ ਹੈਗਾ ਅੱਜ ਦਾ? ਬਾਈਬਲ ਦੇ ਵਿੱਚ ਲਿਖਿਆ ਹੈ ਪ੍ਰਭੂ ਯਿਸੂ ਮਸੀਹ ਇੱਕ ਨਗਰ ਨੂੰ ਜਾ ਰਹੇ ਹੈਗੇ ਆ, ਔਰ ਬਾਈਬਲ ਦੇ ਵਿੱਚ ਲਿਖਿਆ ਹੈ ਪ੍ਰਭੂ ਯਿਸੂ ਮਸੀਹ ਨੂੰ ਪਤਾ ਹੈ ਕਿ ਮੈਨੂੰ ਸਲੀਬ ਦੇ ਉੱਤੇ ਚੜਾ ਦਿੱਤਾ ਜਾਣਾ ਹੈਗਾ ਹੈ, ਤਾਂ ਵੀ ਪ੍ਰਭੂ ਯਿਸੂ ਮਸੀਹ ਉਸੇ ਨਗਰ ਦੇ ਵੱਲ ਜਾ ਰਹੇ ਨੇ। ਔਰ ਬਾਈਬਲ ਦੇ ਵਿੱਚ ਲਿਖਿਆ ਹੈ ਪ੍ਰਭੂ ਯਿਸੂ ਮਸੀਹ ਦਾ ਸਵਾਗਤ ਕੀਤਾ ਗਿਆ, ਲੋਕਾਂ ਨੇ ਨੱਚ ਨੱਚ ਕੇ ਸਵਾਗਤ ਕੀਤਾ, ਰੌਲਾ ਪਾ ਪਾ ਕੇ ਸਵਾਗਤ ਕੀਤਾ ਹੈ, ਕੱਪੜੇ ਵਿਛਾ ਵਿਛਾ ਕੇ ਸਵਾਗਤ ਕੀਤਾ ਹੈ, ਪੇੜਾਂ ਦੀਆਂ ਟਾਹਣੀਆਂ ਵਿਛਾ ਵਿਛਾ ਕੇ ਪੈਰਾਂ ਥੱਲੇ ਸਵਾਗਤ ਕੀਤਾ ਹੈਗਾ ਹੈ। ਬੜਾ ਸ਼ੋਰ ਸ਼ਰਾਬਾ ਹੋਇਆ, ਬੜਾ ਸਵਾਗਤ ਹੋਇਆ ਹੈ ਇਸ ਤਰੀਕੇ ਦੇ ਨਾਲ। ਪਰ ਬਾਈਬਲ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਰੋ ਪਏ ਹੈਗੇ ਆ। ਔਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਇੱਕ ਗੱਲ ਕਹਿੰਦੇ ਕਿ ਚੰਗਾ ਹੁੰਦਾ ਉਹ ਭਲਾਈ ਦੀਆਂ ਗੱਲਾਂ ਤੂੰ ਪਹਿਲਾਂ ਜਾਣ ਲੈਂਦਾ। ਆਪਣੇ ਨਗਰ ਨੂੰ ਪ੍ਰਭੂ ਯਿਸੂ ਮਸੀਹ ਕਹਿ ਰਹੇ ਨੇ। ਖੁਸ਼ਖਬਰੀ ਵੀ ਆ ਅੱਜ ਦੇ ਵਚਨ ਦੇ ਵਿੱਚ, ਔਰ ਸੱਚਾਈ ਵੀ ਹੈਗੀ ਜਿਹੜੀ ਤੁਸੀਂ ਜਾਣਨ ਦੇ ਲਈ ਜਾ ਰਹੇ ਹੈਗੇ। ਸੱਚਾਈ, ਖੁਸ਼ਖਬਰੀ, ਬੇਨ ਉਹ ਕੀ ਹੈਗੀ ਆ? ਬਾਈਬਲ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਨੂੰ ਪਤਾ ਕਿ ਮੈਂ ਇਸ ਨਗਰ ਵੱਲ ਨੂੰ ਜਾ ਰਿਹਾ ਹਾਂ, ਇੱਥੇ ਲੋਕਾਂ ਨੇ ਮੈਨੂੰ ਮਾਰਨਾ ਹੈ, ਮੈਨੂੰ ਕੁੱਟਣਾ ਹੈ, ਮੇਰੇ ਕੱਪੜੇ ਤੱਕ ਪਾੜ ਦਿੱਤੇ ਜਾਣੇ ਆ, ਸਲੀਬ ਤੇ ਚੜਾਇਆ ਜਾਣਾ ਹੈ, ਮੇਰੇ ਮੂੰਹ ਤੇ ਥੁੱਕਿਆ ਜਾਣਾ ਹੈਗਾ ਏ, ਮੈਨੂੰ ਬੇਇੱਜ਼ਤ ਕੀਤਾ ਜਾਣਾ ਹੈ। ਪਰ ਬਾਈਬਲ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਤਾਂ ਵੀ ਜਾਣਦੇ ਆ ਮੈਂ ਉਧਰ ਨੂੰ ਹੀ ਜਾਣਾ ਹੈਗਾ। ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਦੇ ਜੀਵਨ 'ਚ ਯੋਜਨਾ ਸੀ ਕਿ ਸਾਡੇ ਸਾਰੇ ਜਣਿਆਂ ਦੇ ਗੁਨਾਹਾਂ ਦੇ ਬਦਲੇ, ਸਾਡੇ ਸਾਰੇ ਲੋਕਾਂ ਦੇ ਉੱਪਰ ਜੋ ਸ਼ਰਾਬ ਬਿਮਾਰੀਆਂ ਨੇ ਉਹਨਾਂ ਦੇ ਬਦਲੇ ਪ੍ਰਭੂ ਯਿਸੂ ਮਸੀਹ ਆਪਣੀ ਜਾਨ ਦੇਣ। ਔਰ ਉਹ ਯੋਜਨਾ ਨੂੰ ਪੂਰਾ ਕਰਨ ਦੇ ਲਈ ਪ੍ਰਭੂ ਯਿਸੂ ਮਸੀਹ ਨੂੰ ਪਤਾ ਸੀ ਕਿ ਮੈਨੂੰ ਜਾਣਾ ਪੈਣਾ ਹੈ। ਔਰ ਬਾਈਬਲ ਦੇ ਵਿੱਚ ਲਿਖਿਆ ਹੈ ਪ੍ਰਭੂ ਯਿਸੂ ਮਸੀਹ ਜਦੋਂ ਉਸ ਨਗਰ ਵੱਲ ਜਾ ਰਹੇ ਨੇ, ਸਭ ਕੁਝ ਪਤਾ ਮੇਰੇ ਨਾਲ ਕੀ ਹੋਣ ਵਾਲਾ ਹੈ, ਪਰ ਲੋਕੀ ਆਨੰਦ ਕਰਦੇ ਪਏ ਹੈਗੇ ਨੇ, ਨੱਚਦੇ ਪਏ ਹੈਗੇ ਨੇ, ਚਿল্ਲਾਉਂਦੇ ਪਏ ਹੈਗੇ ਨੇ। ਪਰ ਬਾਈਬਲ ਦੇ ਵਿੱਚ ਲਿਖਿਆ ਹੈ ਪ੍ਰਭੂ ਯਿਸੂ ਮਸੀਹ ਸੱਚਾਈ ਜਾਣਦੇ ਨੇ। ਪ੍ਰਭੂ ਯਿਸੂ ਮਸੀਹ ਤਕਰੀਬਨ 2000 ਔਰ ਕੁਝ ਸਾਲ ਪਹਿਲਾਂ ਕੰਮ ਕਰਕੇ ਜਾ ਚੁੱਕੇ ਨੇ, ਆਪਦੀ ਜਾਨ ਦੇ ਦਿੱਤੀ ਹੈਗੀ ਉਹਨਾਂ ਨੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਵਚਨ ਅੱਜ ਅਸੀਂ ਕਿਉਂ ਸੁਣਦੇ ਪਏ ਹਾਂ, ਕਿ ਇਹ ਬੀਤੇ ਦਿਨਾਂ 'ਚ ਘਟਨਾ ਹੋਈ ਹੈ, ਸਿਰਫ ਅਸੀਂ ਉਹਨੂੰ ਯਾਦ ਕਰਦੇ ਪਏ ਹਾਂ। ਪ੍ਰਭੂ ਯਿਸੂ ਮਸੀਹ ਨੇ ਆਪਦੀ ਜਾਨ ਦੇ ਦਿੱਤੀ, ਅਸੀਂ ਯਾਦ ਕਰਦੇ ਪਏ ਹਾਂ ਸਿਰਫ, ਕਿ ਅਸੀਂ ਭੁੱਲ ਨਾ ਜਾਈਏ ਪ੍ਰਭੂ ਯਿਸੂ ਮਸੀਹ ਨੇ ਕੀ ਕੀਤਾ। ਕੀ ਸਿਰਫ ਇੰਨੀ ਗੱਲ ਹੈਗੀ ਆ? ਅਗਰ ਮੇਰੇ ਤੋਂ ਪੁੱਛੋ ਤਾਂ ਸਿਰਫ ਇੰਨੀ ਗੱਲ ਨਹੀਂ, ਤੂੰ ਕੁਝ ਜ਼ਿਆਦਾ ਹੈਗਾ ਹੈ। ਅੱਜ ਇਹ ਵਚਨ ਮੇਰੇ ਲਈ ਕਿਸ ਤਰੀਕੇ ਦੇ ਨਾਲ ਮੇਰੇ ਜੀਵਨ ਦੇ ਵਿੱਚ ਮੈਨੂੰ ਕੰਮ ਕਰਨ ਦੇ ਲਈ ਕਹਿੰਦਾ ਪਿਆ ਹੈਗਾ ਹੈ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੇ ਜੀਵਨ 'ਚ ਇੱਕ ਯੋਜਨਾ ਸੀ, ਤੁਸੀਂ ਜਿਤਨੇ ਜਨ ਇਸ ਜਗ੍ਹਾ ਤੇ ਬੈਠੇ ਹੋਏ ਹੋ, ਤੁਹਾਡੇ ਸਾਰਿਆਂ ਦੇ ਜੀਵਨ 'ਚ ਪਰਮੇਸ਼ਰ ਦੀ ਇੱਕ ਯੋਜਨਾ ਹੈ। ਔਰ ਇਹ ਯੋਜਨਾ ਛੋਟੀ ਵੀ ਹੋ ਸਕਦੀ ਹੈ ਔਰ ਵੱਡੀ ਵੀ ਹੋ ਸਕਦੀ ਹੈਗੀ ਹੈ। ਹਾਲੇਲੂਇਆ। ਤੁਹਾਡੇ 'ਚੋਂ ਕੋਈ ਵੀ ਜਨ ਇਹ ਨਹੀਂ ਕਹਿ ਸਕਦਾ ਕਿ ਮੈਂ ਤਾਂ ਬੇਕਾਰ ਆ, ਮੈਨੂੰ ਤਾਂ ਕੋਈ ਪੁੱਛਦਾ ਹੀ ਨਹੀਂ, ਮੇਰੀ ਤਾਂ ਕੋਈ ਇੱਜ਼ਤ ਹੀ ਨਹੀਂ ਹੈਗੀ, ਮੇਰੀ ਤਾਂ ਕੋਈ ਰਿਸਪੈਕਟ ਹੀ ਨਹੀਂ ਹੈਗੀ, ਮੈਨੂੰ ਕੋਈ ਵੀ ਸਮਝਦਾ ਨਹੀਂ ਹੈਗਾ, ਮੇਰੇ ਕੋਲ ਕੰਮਕਾਰ ਹੀ ਨਹੀਂ ਹੈਗਾ। ਹਾਲੇਲੂਇਆ। ਬਹੁਤ ਸਾਰੀਆਂ ਗੱਲਾਂ ਤੁਸੀਂ ਆਪਦੇ ਵਿਸ਼ੇ ਸੋਚ ਸਕਦੇ ਹੋ, ਬਹੁਤ ਸਾਰੀਆਂ ਗੱਲਾਂ ਤੁਸੀਂ ਕਹਿ ਸਕਦੇ ਹੋ ਕਿਉਂਕਿ ਲੋਕਾਂ ਨੇ ਤੁਹਾਨੂੰ ਗੱਲਾਂ ਕਹੀਆਂ ਤੁਹਾਡੇ ਹਾਲਾਤ ਦੇਖ ਕੇ। ਬਹੁਤ ਸਾਰੀਆਂ ਗੱਲਾਂ ਤੁਸੀਂ ਕਹਿ ਸਕਦੇ ਹੋ ਕਿ ਤੁਹਾਨੂੰ ਲੱਗਦਾ ਕਿ ਆਹ ਕਾਟ, ਇਹ ਰੁਕਾਵਟ ਮੇਰੇ ਜੀਵਨ 'ਚ ਹੈਗੀ ਆ। ਲੇਕਿਨ ਪ੍ਰਭੂ ਦਾ ਵਚਨ ਦੱਸਦਾ ਹੈ ਸਾਡੇ ਸਾਰਿਆਂ ਦੇ ਜੀਵਨ 'ਚ ਪਰਮੇਸ਼ਰ ਦੀ ਯੋਜਨਾ ਹੈਗੀ ਆ। ਉਹ ਯੋਜਨਾ ਛੋਟੀ ਵੀ ਹੋ ਸਕਦੀ ਆ, ਉਹ ਯੋਜਨਾ ਵੱਡੀ ਵੀ ਹੋ ਸਕਦੀ ਆ। ਇੱਕ ਗੱਲ ਸਮਝਦੇ ਹੈਗੇ ਅਸੀਂ, ਬਾਈਬਲ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਦੇ ਜੀਵਨ 'ਚ ਵੀ ਇੱਕ ਯੋਜਨਾ ਹੈ ਕਿ ਤੂੰ ਮਰਨਾ ਹੈ। ਔਰ ਯੋਜਨਾ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹੈ, ਮਜ਼ੇਦਾਰ ਯੋਜਨਾ ਹੈਗੀ ਹੈ, ਸੌਖੀ ਯੋਜਨਾ ਹੈਗੀ ਹੈ? ਸਲੀਬ ਤੇ ਚੜ ਜਾਣਾ, ਸਲੀਬ ਤੇ ਚੜਾਇਆ ਜਾਣਾ, ਤੁਹਾਨੂੰ ਬਿਨਾਂ ਕੱਪੜਿਆਂ ਤੋਂ ਤੁਹਾਡੇ ਹੱਥਾਂ ਦੇ ਪੈਰਾਂ ਦੇ ਵਿੱਚ ਕਿੱਲ ਠੋਕੇ ਜਾਣੇ ਹੈਗੇ, ਔਰ ਤੁਹਾਨੂੰ ਮਾਰ ਦਿੱਤਾ ਜਾਣਾ, ਬੇਇੱਜ਼ਤ ਕਰਕੇ ਤੁਹਾਡੇ ਮੂੰਹ ਤੇ ਥੁੱਕਿਆ ਜਾਣਾ ਹੈਗਾ, ਤੁਹਾਡੀ ਸਰੀਰ ਦੀ ਚਮੜੀ ਢੇੜ ਦਿੱਤੀ ਜਾਣੀ। ਕਿੰਨਾ ਕੁ ਸੌਖਾ ਕੰਮ ਹੈਗਾ? ਸੌਖਾ ਕੰਮ ਆ? ਮੁਸ਼ਕਿਲ ਕੰਮ ਆ। ਪਰ ਬਾਈਬਲ 'ਚ ਲਿਖਿਆ ਪ੍ਰਭੂ ਯਿਸੂ ਮਸੀਹ ਨੂੰ ਪਤਾ ਸੀ ਕਿ ਇਹ ਮੇਰਾ ਕੰਮ ਆ, ਮੈਨੂੰ ਕਰਨਾ ਹੀ ਪੈਣਾ ਹੈਗਾ। ਸੋਚੋ, ਅਗਰ ਕੰਮ ਔਖਾ ਹੈਗਾ ਏ ਤਾਂ ਬਾਈਬਲ ਜਦੋਂ ਅਸੀਂ ਪੜ੍ਹਦੇ ਹਾਂ ਇੱਕ ਗੱਲ ਸਮਝਣੀ, ਅਗਰ ਕੰਮ ਔਖਾ ਹੈਗਾ ਏ, ਕੰਮ ਵੱਡਾ ਹੈਗਾ ਏ, ਉਹਦਾ ਪ੍ਰਤੀਫਲ ਵੀ ਵੱਡਾ ਹੀ ਹੋਊਗਾ, ਛੋਟਾ ਨਹੀਂ ਹੋਊਗਾ। ਹਾਲੇਲੂਇਆ। ਇਸ ਲਈ ਅੱਜ ਤੋਂ ਪਹਿਲੇ ਨੰਬਰ ਇੱਕ ਗੱਲ ਸਮਝ ਲਿਓ ਜੀ, ਇੱਕ ਗੱਲ ਆਪਦੇ ਆਪ ਨੂੰ ਸਮਝਾ ਲੈਣੀ ਸ਼ੀਸ਼ੇ ਮੂਹਰੇ ਖੜ ਕੇ, ਕਿ ਮੇਰੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਮਹਾਨ ਯੋਜਨਾ ਪਰਮੇਸ਼ਰ ਦੇ ਵੱਲੋਂ ਰੱਖੀ ਗਈ ਹੈ। ਸਾਰੇ ਜਣੇ ਬੋਲੋ, ਮੇਰੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਵੱਲੋਂ ਮਹਾਨ ਯੋਜਨਾ ਰੱਖੀ ਗਈ ਹੈ, ਛੋਟੀ ਯੋਜਨਾ ਨਹੀਂ ਰੱਖੀ ਗਈ। ਸਾਰੇ ਜਣੇ ਬੋਲੋ, ਫਿਰ ਗੱਲ ਬਣਨੀ, ਫਿਰ ਅੱਗੇ ਜਾਵਾਂਗੇ। ਸਾਰੇ ਜਣੇ ਬੋਲੋ ਕਿ ਮੇਰੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਵੱਲੋਂ ਮਹਾਨ ਯੋਜਨਾ
ਵੱਡੀ ਯੋਜਨਾ ਰੱਖੀ ਗਈ ਆ ਔਰ ਮੇਰੇ ਪਰਮੇਸ਼ਰ ਉਹਦੇ ਲਈ ਮੈਂ ਤਿਆਰ ਹੈਗਾ। ਸਾਰੇ ਜਣੇ ਤਿਆਰ ਹੈਗੇ? ਬਾਈਬਲ 'ਚ ਲਿਖਿਆ ਪ੍ਰਭੂ ਯਿਸੂ ਮਸੀਹ ਨੂੰ ਬੇਇੱਜ਼ਤ ਕੀਤਾ ਗਿਆ, ਉਹਦੀ ਬੇਇੱਜ਼ਤੀ ਬਹੁਤ ਕੀਤੀ ਗਈ। ਕਿੰਨੇ ਜਣੇ ਤਿਆਰ ਆ ਬੇਇੱਜ਼ਤੀ ਕਰਾਉਂਦੇ ਨੇ? ਹੱਥ ਤਾਂ ਸਾਰੇ ਜਣੇ ਸੌਖੇ ਤਰੀਕੇ ਨਾਲ ਖੜੇ ਕਰਦੇ ਪਏ ਆ, ਫਲੈਕਸੀਬਿਲਿਟੀ ਵਧੀਆ ਹੈਗੀ ਆ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਆਸਾਨ ਨਹੀਂ ਹੈਗਾ ਬੇਇੱਜ਼ਤੀ ਕਰਾਉਣਾ। ਫ੍ਰੀ ਦੀ ਇਨਸਲਟ ਕੋਈ ਵੀ ਈਜ਼ੀਲੀ ਨਹੀਂ ਕਰਵਾ ਸਕਦਾ। ਹਾਲੇਲੂਇਆ। ਬਾਈਬਲ 'ਚ ਲਿਖਿਆ ਪ੍ਰਭੂ ਯਿਸੂ ਮਸੀਹ ਨੂੰ ਬੇਇੱਜ਼ਤ ਕੀਤਾ ਗਿਆ ਹੈ, ਉਹਦੀ ਬੇਇੱਜ਼ਤੀ ਕੀਤੀ ਗਈ ਆ, ਇਨਸਲਟ ਕੀਤੀ ਗਈ, ਉਹਨੂੰ ਨੀਚਾ ਦਿਖਾਇਆ ਗਿਆ ਹੈਗਾ। ਵਚਨ ਸੁਣ ਕੇ ਅਸੀਂ ਬੜੇ ਬੂਸਟ ਹੋ ਜਾਂਦੇ ਆ, ਚੰਗੀਆਂ ਗੱਲਾਂ ਹੀ ਹੋਣਗੀਆਂ, ਵਚਨ 'ਚ ਹੱਥ ਖੜਾ ਕਰ ਦਿੰਦੇ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਇਨਸਲਟ ਕਰਾਉਣਾ ਫ੍ਰੀ ਦੇ ਵਿੱਚ, 0 ਪੈਸੇ ਦੇ ਵਿੱਚ ਆਸਾਨ ਨਹੀਂ ਹੈਗਾ। ਆਸਾਨ ਆ? ਕਿੰਨੇ ਜਣਿਆਂ ਦੇ ਲਈ ਫ੍ਰੀ 'ਚ ਬੇਇੱਜ਼ਤੀ ਕਰਾਉਣਾ ਆਸਾਨ ਹੈਗਾ? ਕਿੰਨੇ ਜਣੇ ਫ੍ਰੀ ਦੇ ਵਿੱਚ ਆਪਦੀ ਨਿੰਦਾ ਕਰਵਾ ਸਕਦੇ, ਉਹਦੀ ਬੇਇੱਜ਼ਤੀ ਕਰਵਾ ਸਕਦੇ? ਕਿੰਨੇ ਨੇ? ਜਿੰਨੇ ਜਣੇ ਕਰਵਾ ਸਕਦੇ ਆ, ਪਰਮੇਸ਼ਰ ਦਾ ਹੱਥ ਤੁਹਾਡੇ ਤੇ ਰਹੂਗਾ। ਹਾਲੇਲੂਇਆ। ਇਹ ਨਹੀਂ ਵੀ ਇੱਕ ਗੱਲ ਕਹਿੰਦੇ ਅਸੀਂ 10 ਗੱਲਾਂ ਦਾ ਜਵਾਬ ਦੇਣਾ ਹੈਗਾ। ਬਾਈਬਲ 'ਚ ਲਿਖਿਆ ਯਿਸੂ ਮਸੀਹ ਨੂੰ ਲੋਕੀ ਗਾਲਾਂ ਕੱਢਦੇ ਸੀਗੇ। ਕਿੰਨੇ ਜਣਾਂ ਨੂੰ ਪਤਾ ਹੈਗਾ? ਕਹਿੰਦੇ ਉਹ ਗਾਲਾਂ ਸੁਣਦਾ ਸੀਗਾ, ਫਿਰ ਕੀ ਕਰਦਾ ਇਹ ਅੱਗੋਂ? ਕੀ ਕਰਦਾ ਸੀਗਾ? ਕਈਆਂ ਨੂੰ ਲੱਗਦਾ ਮੇਰੀਆਂ 2 ਉਂਗਲਾਂ ਵੇਖ ਕੇ ਵੀ ਡਬਲ, ਉਹ ਫਿਰ ਇੱਕ ਗੱਲ ਕੱਢਦਾ ਸੀ, ਇਹਨੂੰ 2 ਗਾਲਾਂ ਕੱਢਦਾ ਸੀ। ਨੋ, ਬਾਈਬਲ ਦੇ ਵਿੱਚ ਲਿਖਿਆ ਹੈ ਪਰਮੇਸ਼ਰ ਦੇ ਵਚਨ ਯਸ਼ਾਇਆ 53 ਚੈਪਟਰ ਦੇ ਵਿੱਚ, ਕਹਿੰਦੇ ਉਹ ਗਾਲ ਲੈ ਕੇ ਗਾਲ ਨਹੀਂ ਦਿੰਦਾ ਸੀਗਾ। ਕਿਉਂ? ਕਿਉਂਕਿ ਉਹਦੇ ਜੀਵਨ 'ਚ ਇੱਕ ਯੋਜਨਾ ਸੀਗੀ। ਉਹਨੂੰ ਪਤਾ ਸੀ ਕਿ ਮੇਰੇ ਜੀਵਨ 'ਚ ਇੱਕ ਅਜਿਹੀ ਯੋਜਨਾ ਹੈ, ਇਹ ਦੁਨਿਆਵੀ ਗੱਲਾਂ ਜੋ ਰੁਕਾਵਟਾਂ ਇਹ ਬੜੀਆਂ ਛੋਟੀਆਂ ਹੈ, ਉਹ ਯੋਜਨਾ ਵੱਡੀ, ਕਿਉਂਕਿ ਉਹਦਾ ਪ੍ਰਤੀਫਲ ਵੀ ਵੱਡਾ ਹੀ ਰੱਖਿਆ ਗਿਆ ਮੇਰੇ ਲਈ। ਇਹ ਗੱਲ ਯਾਦ ਰੱਖੋ, ਜੋ ਤੁਹਾਡੇ ਸਾਰਿਆਂ ਦੇ ਜੀਵਨ 'ਚ ਕੀ ਹੈਗੀ ਹੈ, ਕਿ ਪਰਮੇਸ਼ਰ ਦੇ ਵੱਲੋਂ ਕੀ ਹੈਗੀ ਆ? ਛੋਟੀ ਹੈ ਕਿ ਵੱਡੀ ਆ? ਫ੍ਰੀ ਦੇ ਵਿੱਚ ਇਨਸਲਟ ਕਰਵਾਉਣ ਦੇ ਲਈ ਰੈਡੀ ਰਹੋ। ਜੇ ਅਗਰ ਪਰਮੇਸ਼ਰ ਦੀ ਯੋਜਨਾ ਤੁਹਾਡੇ ਜੀਵਨ 'ਚ ਹੈਗੀ ਆ, ਪਰਮੇਸ਼ਰ ਉੱਚਾ ਕਰੂਗਾ, ਪ੍ਰਤੀਫਲ ਵੀ ਦੇਊਗਾ। ਹਾਲੇਲੂਇਆ। ਬਾਈਬਲ 'ਚ ਲਿਖਿਆ ਯਿਸੂ ਮਸੀਹ ਇੱਕ ਯੋਜਨਾ ਨੂੰ ਪੂਰਾ ਕਰਨ ਦੇ ਲਈ ਜਾ ਰਹੇ ਹੈਗੇ ਆ। ਬੁਰਾ ਹਾਲ ਹੋਣ ਵਾਲਾ ਯਿਸੂ ਮਸੀਹ ਦਾ ਸਵਾਗਤ ਹੋ ਰਿਹਾ ਹੈ ਤੇ ਯਿਸੂ ਮਸੀਹ ਰੋ ਵੀ ਰਿਹਾ। ਉਹਨੂੰ ਪਤਾ ਯਿਸੂ ਮਸੀਹ ਨੂੰ ਮੇਰੇ ਨਾਲ ਕੀ ਹੋਣ ਵਾਲਾ ਹੈ। ਕਿੰਨੇ ਜਣੇ ਰੋਣ ਦੇ ਲਈ ਤਿਆਰ ਹੈਗੇ ਆ ਵੀ ਅਸੀਂ ਰੋ ਸਕਦੇ ਹੈਗੇ ਆ? ਪਰਮੇਸ਼ਰ ਦੀ ਯੋਜਨਾ ਜਿਵੇਂ ਮਰਜ਼ੀ ਪੂਰੀ ਕਰਨੀ ਹੈ, ਰੋ ਰੋ ਕੇ ਪੂਰੀ ਕਰੀਏ, ਅਸੀਂ ਤਾਂ ਵੀ ਰੈਡੀ ਆ ਰੋਣ ਦੇ ਲਈ। ਕਿੰਨੇ ਨੇ ਰੈਡੀ ਹੈਗੇ ਆ? 2 ਤਰ੍ਹਾਂ ਦਾ ਰੋਣਾ ਹੁੰਦਾ। ਸਮੱਸਿਆ ਵੇਖ ਕੇ ਰੋਣਾ ਹੁੰਦਾ, ਇੱਕ ਦੂਸਰਿਆਂ ਦੇ ਲਈ ਰੋਣਾ ਹੁੰਦਾ। ਅਗਰ ਤੁਸੀਂ ਆਪਦੀਆਂ ਸਮੱਸਿਆਵਾਂ ਦੇ ਨਾਲ ਘਿਰ ਜਾਂਦੇ ਹੋ ਔਰ ਸਮੱਸਿਆਵਾਂ ਦੇਖ ਕੇ, ਆਪਦੀ ਬਿਮਾਰੀ ਵੇਖ ਕੇ, ਆਪਦੀਆਂ ਪਰੇਸ਼ਾਨੀਆਂ ਵੇਖ ਕੇ ਰੋਣ ਵਾਲੇ ਹੈਗੇ ਆ, ਤੁਹਾਨੂੰ ਮੈਂ ਸੱਚੀ ਦੱਸਦਾ ਤੁਸੀਂ ਕਮਜ਼ੋਰ ਹੈਗੇ ਬਹੁਤ ਜ਼ਿਆਦਾ। ਸ਼ੈਤਾਨ ਦੇ ਲਈ ਹਥਿਆਰ ਆ ਤੁਹਾਡੇ ਜੀਵਨ 'ਚ ਕੰਮ ਕਰਨ ਦੇ ਲਈ। ਅਗਰ ਆਪਦੀਆਂ ਸਮੱਸਿਆਵਾਂ ਦੇ ਕਾਰਨ ਅਸੀਂ ਰੋ ਰਹੇ ਆ, ਸ਼ੈਤਾਨ ਆਸਾਨੀ ਨਾਲ ਕੰਮ ਕਰ ਲਊਗਾ ਸਾਡੇ ਜੀਵਨ 'ਚ। ਪਰ ਅਗਰ ਅਸੀਂ ਪਰਮੇਸ਼ਰ ਦੀ ਯੋਜਨਾ ਨੂੰ ਪੂਰਾ ਕਰਨ ਦੇ ਲਈ, ਪਰਮੇਸ਼ਰ ਦੇ ਲੋਕਾਂ ਦੇ ਲਈ ਰੋ ਰਹੇ ਹੈਗੇ ਆ, ਅਸੀਂ ਦੁਨੀਆ ਦੇ ਸਾਰਿਆਂ ਤਾਕਤਵਰ ਇਨਸਾਨ ਹੋਵਾਂਗੇ। ਆਤਮਿਕ ਤੌਰ ਤੇ ਅਸੀਂ ਤਾਕਤਵਰ ਹੋਵਾਂਗੇ। ਹਾਲੇਲੂਇਆ। ਬਾਈਬਲ 'ਚ ਲਿਖਿਆ ਯਿਸੂ ਮਸੀਹ ਆਪਦੇ ਲਈ ਨਹੀਂ ਰੋਂਦੇ ਪਏ ਸੀ, ਉਹ ਲੋਕਾਂ ਲਈ ਰੋਂਦੇ ਪਏ ਸੀ। ਕਹਿੰਦੇ ਉਹ ਕਿੰਨੀਆਂ ਵਧੀਆ ਵਧੀਆ ਗੱਲਾਂ ਤੁਹਾਨੂੰ ਦੱਸੀਆਂ ਗਈਆਂ, ਸਵਰਗੀ ਰਾਜ ਦੀਆਂ ਗੱਲਾਂ ਤੁਹਾਨੂੰ ਦੱਸੀਆਂ ਗਈਆਂ, ਤੁਸੀਂ ਫਾਇਦਾ ਹੀ ਨਹੀਂ ਲਿਆ। ਯਿਸੂ ਮਸੀਹ ਤਾਂ ਰੋਂਦੇ ਪਏ ਆ। ਇੱਕ ਗੱਲ ਸਮਝ ਲਿਓ ਜੇ, ਨੰਬਰ 1 ਮੇਰੇ ਜੀਵਨ 'ਚ ਪਰਮੇਸ਼ਰ ਦੀ ਕੀ ਹੈਗੀ ਆ? ਯੋਜਨਾ ਹੈਗੀ ਆ। ਔਰ ਜਦੋਂ ਯੋਜਨਾ ਹੈਗੀ ਆ, ਇਨਸਲਟ ਵੀ ਆਊਗੀ ਫ੍ਰੀ ਦੀ, ਰੋਣਾ ਵੀ ਆਊਗਾ, ਲੇਕਿਨ ਉਹ ਰੋਣਾ ਪਰਮੇਸ਼ਰ ਦੇ ਕੰਮ ਨੂੰ ਪੂਰਾ ਕਰਨ ਦੇ ਲਈ ਹੋਊਗਾ। ਸਮੱਸਿਆਵਾਂ ਵੇਖ ਕੇ ਰਵਾ ਦੇਣ ਵਾਲਾ ਨਹੀਂ। ਹਾਲੇਲੂਇਆ। ਬਾਈਬਲ ਦੇ ਵਿੱਚ ਲਿਖਿਆ ਪ੍ਰਭੂ ਯਿਸੂ ਮਸੀਹ ਰੋਏ। ਬੇਇੱਜ਼ਤ ਪ੍ਰਭੂ ਯਿਸੂ ਮਸੀਹ ਨੂੰ ਕੀਤਾ ਗਿਆ ਹੈ। ਨਿਰਾਸ਼ਾ ਵੀ ਪ੍ਰਭੂ ਯਿਸੂ ਮਸੀਹ ਦੇ ਜੀਵਨ ਦੇ ਵਿੱਚ ਆਈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਦੋਂ ਤੁਹਾਡੇ ਜੀਵਨ 'ਚ ਪਰਮੇਸ਼ਰ ਦੀ ਇੱਕ ਯੋਜਨਾ ਹੈਗੀ ਆ, ਰੋਣਾ ਵੀ ਤੁਹਾਡੇ ਜੀਵਨ 'ਚ ਆਊਗਾ, ਲੋਕਾਂ ਦਾ ਵਿਰੋਧ ਤੁਹਾਡੇ ਜੀਵਨ 'ਚ ਆਊਗਾ, ਨਿੰਦਾ ਤੁਹਾਡੇ ਜੀਵਨ ਦੇ ਵਿੱਚ ਆਊਗੀ, ਨਿਰਾਸ਼ਾ ਤੁਹਾਡੇ ਜੀਵਨ ਦੇ ਵਿੱਚ ਆਊਗੀ, ਔਰ ਕਈ ਵਾਰ ਤੁਸੀਂ ਇਕੱਲੇ ਹੀ ਛੱਡ ਦਿੱਤੇ ਜਾਓਗੇ। ਕੋਈ ਤੁਹਾਨੂੰ ਪੁੱਛਣ ਵਾਲਾ ਵੀ ਨਹੀਂ ਹੋਊਗਾ। ਲੇਕਿਨ ਖੁਸ਼ਖਬਰੀ ਇਹ ਆ ਕਿ ਜਦੋਂ ਪਰਮੇਸ਼ਰ ਦੀ ਯੋਜਨਾ ਨੂੰ ਤੁਸੀਂ ਫੜ ਲਓਗੇ, ਪਰਮੇਸ਼ਰ ਹਮੇਸ਼ਾ ਤੁਹਾਡੇ ਨਾਲ ਰਹੂਗਾ। ਪਰਮੇਸ਼ਰ ਤੁਹਾਨੂੰ ਛੱਡੂਗਾ ਨਹੀਂ। ਲੋਕ ਛੱਡ ਦੇਣਗੇ,
परमेश्वर तुहानू छड्डूगा नहीं। और बाइबल च लिखा जो परमेश्वर फड़ लैंदा है वो छड्डदा नहीं। जिहड़ी गल आपदे मूँह चों तुहाडे लई बोल देऊगा कह के मुकरूगा नहीं, उहनू बदलूगा नहीं। एक गल समझनी है कि अज परमेश्वर के वचन दे विचों बाइबल दे विच लिखा वो लोग एक हफ्ता पहला छालां मारदे पए आ, खजूरां दी टाहणियां हिलाउंदे पए आ, कपड़े पैरां थल्ले विछारे हैगे आ। एक हफ्ते बाद ओही लोग आ प्रभु यीशु मसीह बारे पता की कहंदे? कहंदे इहनूं सलीब ते चढ़ा दिओ। जदों परमेश्वर दी योजना तुहाडे जीवन च एक गल समझ लैनी आ, लोकां दे शब्द, लोकां दा विरोध किसी तरीके नाल तुहाडा मसीह दे विच जो चाल चलना उहनूं बदले ना। कदे भी परमेश्वर दे नाल समझौता ना करो। लोकां दे शब्द सुन के, लोकां दी परवाह करके आपदा चाल चलन परमेश्वर दे विच कदे भी बदलो ना। बाइबल च लिखिआ अज स्वागत करदे पए आ, शुक्रवार वाले दिन देखियो जेड़ा हुण आउण वाला गुड फ्राइडे, उन्होंने यीशु मसीह नूं सलीब ते चढ़ा दित्ता हैगा। कहंदे ने सलीब ते चढ़ाओ छेती छेती। ये वही लोग सीगे जेड़े स्वागत करदे पए सीगे। मैं तुहानूं दसना चाहुंदा है ਅਸੀਂ कई बार अपनी जुबान के चर्च के आके प्रार्थना च बह के यीशु यीशु उच्ची आवाज़ां मारते हैं, रोने है, प्रार्थना करते परमेश्वर मेरे जीवन के काम कर। लेकिन मैं तुहानूं दसना चाहुंदा है अगर तुहानूं ये नहीं पता कि तुहाडे जीवन च परमेश्वर की की योजना हैगी आ, तुसीं परमेश्वर तो आसानी दे नाल रास्ता पलट के दूसरे रास्ते ते भी जा सकदे हैगे। बाइबल च लिखिआ ये रौला पाउण वाले आ, कल्ला ही रौला पाउणा हुंदा इन्हां नूं। स्वागत करो राजा दा राजा आ रहा है। 4 दिन बाद पलट के गए, कहंदे इहनूं सलीब ते चढ़ा दो। हालेलुया। मैं तुहानूं दसना चाहुंदा कई बारी साडा भी मसीह दे विच चाल चलन इहो जिहा ही हुंदा हैगा। चर्च विच रौला पाउणा, उच्ची उच्ची हालेलुया बोलना है, सारा कुछ करना हैगा। सोमवार आउंदे ही साडे हालात बदल जांदे, साडे मूँह दे शब्द, साडीआं आदतां, साडा सब कुछ ही बदल जांदा हैगा। और बाइबल च लिखा यीशु मसीह दा इनकार उन्होंने करता, कहंदे सलीब ते चढ़ाओ। कहंदे असीं भी आपदे कम्मां दे जरिए कई चर्च विच आउंदे आ रो रो के प्रार्थना, बाकी दे दिन यीशु मसीह सलीब ते टंगिया रहिंदा साडे जीवन दे विच। ओही साडीआं आदतां, ओही साडे काम, ओही साडी संगति, ओही साडे शब्द, ओही प्रार्थना च ना बैठण दे लई बहाने, ओही साडीआं आदतां, सब कुछ सेम रहिंदा हैगा। पर बाइबल च लिखिआ प्रभु यीशु मसीह ने सलीब के उपर अपनी जान दे दी ताकि साडे जीवन च तब्दीली आ जावे। अज जो परमेश्वर की हजूरी तुसी आ रहे हो, लगातार परमेश्वर दे विच चलदे पए हो, अगर तुहाडे जीवन च तब्दीली नहीं आ रही, इहदा मतलब तुहानूं हजे तक यह पता लग्या ही नहीं कि तुहाडे जीवन च परमेश्वर की योजना की हैगी है। अगर तुहाडे जीवन च तब्दीली आ रही है, इहदा मतलब वो योजना जिहड़ी परमेश्वर ने तुहाडे लई रखी है, तुसी उस योजना दे वल तेजी नाल वधदे जा रहे हो, स्पीड दे नाल वधदे जा रहे हो। और एक गल याद रखियो जी, जदों जदों प्रभु यीशु मसीह दे पिछे जाओगे निराशा आऊगी, लोकी धक्के मारनगे, लोकी बेइज्जत करनगे, लोकी बुरा बुरा बोलणगे, बुरियां बुरियां गल्लां बनाउणगे, सब कुछ ही करनगे। पर मैं तुहानूं दसना चाहुंदा है प्रभु यीशु मसीह विच रह के अगर तुसीं सारा कुछ फेस करते पे आ, वादे नूं तुसीं देखोगे। ते जे प्रभु यीशु मसीह तो बाहर निकल के मेरी आदतां दे कारण मैं सब कुछ फेस करता पिया है, कुछ भी रिजल्ट नहीं मिलना है। अगर तुसीं कहो कि हाँ पास्टर जी सारे जने मेरी बड़ी बेइज्जती करते हैं, बड़ा गलत बोलते हैं, बड़ा मैनू माड़ा किया जाता है गाए, प्रार्थना मैं करता नहीं, यीशु मसीह के वचन के अनुसार मैं चलता नहीं, अगर ये सारियां चीज़ां तुहाडे जीवन च हैगियां ने और प्रभु यीशु मसीह ने हैगे, कोई रिजल्ट तुहाडे जीवन दे विच नहीं आऊगा। हालेलुया। ये ना सोचो जे कि रोना अगर मेरे जीवन च हैगा, समस्यावां हैगियां जिवें यीशु मसीह ने सारा कुछ फेस किया और यीशु मसीह वर्गा रिजल्ट मेरे जीवन च आऊगा, नहीं आना हैगा। हालेलुया। तुहानूं वो योजना जो तुहाडे जीवन च हैगी उहदे लई पूरा गंभीर होना पैना हैगा। किन्ने जने रेडी है कि हाँ मैं गंभीर होऊंगा? मैं तुहानूं एक गल जबरदस्त कहना चाहुंदा हैगा, परमेश्वर की जो योजना मेरे जीवन च हैगी ना, सोचो अगर यीशु मसीह थां ते मैं हुंदा, मान लो आपदे बारे सारे जना सोचो जी आज दे टाइम और अगर प्रभु यीशु मसीह मैनूं कहे कि तू सलीब ते चढ़ जाना, तैनूं लोकां ने सलीब ते चढ़ा देना हैगा, तू आ फलानी जगह वाल जाना हैगा, तो मैनूं पता मैनूं सलीब ते चढ़ाया ना, अगर मैं दूसरी साइड भज जावां, दूसरे चर्च, तीसरे चर्च, चौथे चर्च, सलीब ते चढ़ना औखा है, मरना औखा हैगा। पहले चर्च, दूसरे चर्च, तीसरे, चौथे, पंजवें, छेवें, सतवें, मैं तुहानूं दसना चाहुंदा तुसीं चर्च बदल सकते हो। जिहड़ी योजना इस चर्च विच तुहानूं दस्सी जांदी है, अगर औखा टाइम आउंदा हैगा ना,
ਇਹਦਾ ਮਤਲਬ ਵਾਅਦੇ ਦਾ ਟਾਈਮ ਵੀ ਉਦੋਂ ਬਾਅਦ ਤੁਹਾਡੇ ਲਈ ਰੱਖਿਆ ਗਿਆ ਹੈਗਾ। ਅਗਰ ਉਹ ਔਖਾ ਟਾਈਮ ਦੇ ਕੇ, ਉਹ ਔਖਾ ਕੰਮ ਦੇ ਕੇ ਤੁਸੀਂ ਕਹੋਗੇ ਉਹ ਫਲਾਣੇ ਚਰਚ ਚੱਲਦੇ ਹੈਗੇ ਆ, ਮੈਂ ਤੁਹਾਨੂੰ ਦੱਸਾਂ ਚਰਚ ਬਦਲ ਸਕਦੇ ਹੋ, ਕੋਈ ਪ੍ਰੋਬਲਮ ਨਹੀਂ। ਚਰਚ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ, ਕਿਸੇ ਵੀ ਚਰਚ ਜਾ ਸਕਦੇ ਹੋ, ਲੇਕਿਨ ਪਰਮੇਸ਼ਰ ਦੀ ਯੋਜਨਾ ਨਹੀਂ ਬਦਲੂਗੀ। ਚਰਚ ਬਦਲ ਲਓਗੇ, ਯੋਜਨਾ ਨਹੀਂ ਬਦਲੂਗੀ। ਬਾਈਬਲ 'ਚ ਲਿਖਿਆ ਪਰਮੇਸ਼ਰ ਬਦਲਦਾ ਨਹੀਂ, ਉਹ ਇਸ ਚਰਚ ਦੇ ਵਿੱਚ ਵੀ ਇਹੋ ਜਿਹਾ, ਦੂਸਰੇ ਚਰਚ ਦੇ ਵਿੱਚ ਹੀ ਸੇਮ ਹੀ ਰਹੂਗਾ। ਹਾਲੇਲੂਇਆ। ਕਈ ਵਾਰੀ ਮੈਂ ਕੁਝ ਲੋਕਾਂ ਨੂੰ ਕੰਮ ਕਰਨ ਲਈ ਕਿਹਾ ਤੁਸੀਂ ਆਹ ਕੰਮ ਕਰਨਾ ਹੈ, ਔਖਾ ਲੱਗਿਆ ਥੋੜਾ ਜਿਹਾ, ਇਹ ਤਾਂ ਕੰਮ ਔਖਾ ਹੈਗਾ, ਦੂਸਰੇ ਚਰਚ ਚੱਲਦੇ ਹੈਗੇ। ਓਕੇ, ਤੁਸੀਂ ਜਾ ਸਕਦੇ ਹੋ, ਲੇਕਿਨ ਪਰਮੇਸ਼ਰ ਦੀ ਯੋਜਨਾ ਬਦਲੂਗੀ ਨਹੀਂ। ਪਰਮੇਸ਼ਰ ਦੀ ਯੋਜਨਾ ਸੇਮ ਹੀ ਰਹੂਗੀ। ਅਮਰੀਕਾ ਜਾਓਗੇ ਨਾ, ਉੱਥੇ ਰੁਪਈਏ ਨਹੀਂ ਚੱਲਣੇ, ਅਮਰੀਕਾ ਦੇ ਡਾਲਰ ਹੀ ਚੱਲਣਗੇ ਉੱਥੇ। ਹਾਲੇਲੂਇਆ। ਤੇ ਜਿਹੜੀ ਪਰਮੇਸ਼ਰ ਨੇ ਜੋ ਯੋਜਨਾ ਰੱਖੀ ਨਾ, ਜਿੱਥੇ ਮਰਜ਼ੀ ਭੱਜ ਜਾਓ, ਉਹ ਯੋਜਨਾ ਬਦਲਣੀ ਨਹੀਂ ਹੈਗੀ। ਬਾਈਬਲ ਦੇ ਵਿੱਚ ਲਿਖਿਆ ਇੱਕ ਬੰਦਾ ਏ ਪੁਰਾਣੇ ਨਿਯਮ 'ਚ, ਉਹਦਾ ਨਾਮ ਯੂਨਾ ਹੈਗਾ। ਕਿੰਨੇ ਪਤਾ ਹੈ? ਕਿੰਨੇ ਇਹਨਾਂ ਨੂੰ ਪਤਾ ਯੂਨਾ ਪਰਮੇਸ਼ਰ ਦਾ ਭਵਿੱਖਵਕਤਾ ਹੈ। ਪਰਮੇਸ਼ਰ ਕਹਿੰਦਾ ਮੈਂ ਚਾਹੁੰਦਾ ਹੈ ਉਹ ਫਲਾਣਾ ਨਗਰ ਆ, ਤੂੰ ਉੱਥੇ ਜਾ ਕੇ ਨਾ ਵਚਨ ਸੁਣਾਉਣਾ ਹੈਗਾ, ਉਹ ਨਗਰ ਨੂੰ ਮੈਂ ਨਸ਼ਟ ਕਰਨ ਵਾਲਾ ਹੈ, ਤੂੰ ਜਾ ਕੇ ਦੱਸਣਾ ਹੀ ਆ ਗੱਲਾਂ ਵੀ 40 ਦਿਨਾਂ ਬਾਅਦ ਉਸ ਨਗਰ ਨੂੰ ਮੈਂ ਨਸ਼ਟ ਕਰ ਦੇਣਾ ਹੈਗਾ। ਬਾਈਬਲ ਦੇ ਵਿੱਚ ਲਿਖਿਆ ਹੈ ਪਰਮੇਸ਼ਰ ਕਹਿੰਦਾ ਇੱਧਰ ਜਾਣਾ ਹੈ, ਯੂਨਾ ਕਹਿੰਦਾ ਕੰਮ ਔਖਾ ਹੈ, ਕਹਿੰਦਾ ਆਪਾਂ ਇੱਧਰ ਜਾਣਾ ਹੈਗਾ ਏ। ਹਾਲੇਲੂਇਆ। ਪਰਮੇਸ਼ਰ ਕਈ ਵਾਰੀ ਸਾਨੂੰ ਵੀ ਕਹਿੰਦਾ ਇੱਧਰ ਨੂੰ ਜਾਣਾ ਏ, ਅਸੀਂ ਕਹਿੰਦੇ ਨਹੀਂ ਪਰਮੇਸ਼ਰ ਇੱਧਰ ਨੂੰ ਜਾਣਾ, ਇੱਧਰ ਜ਼ਿਆਦਾ ਸੌਖਾ ਹੈਗਾ ਏ। ਹਾਲੇਲੂਇਆ। ਯੂਨਾ ਕਹਿੰਦਾ ਇੱਧਰ ਜ਼ਿਆਦਾ ਸੌਖਾ, ਇੱਧਰ ਚੱਲਦੇ ਹੈਗੇ ਆ। ਬਾਈਬਲ 'ਚ ਲਿਖਿਆ ਉਹ ਧਰਤੀ ਤੇ ਆਕਾਸ਼ ਦਾ ਪਰਮੇਸ਼ਰ ਆ। ਦਾਊਦ ਕਹਿੰਦਾ ਤੇਰੇ ਆਤਮਾ ਤੋਂ ਭੱਜ ਕੇ ਮੈਂ ਕਿੱਥੇ ਜਾਵਾਂ, ਕਹਿੰਦਾ ਮੈਂ ਅਸਮਾਨਾਂ ਤੇ ਵੀ ਚੜ ਜਾਊਂਗਾ ਤੂੰ ਉੱਥੇ ਵੀ ਆ, ਮੈਂ 7 ਸਮੁੰਦਰ ਪਾਰ ਚਲਾ ਜਾਊਂਗਾ ਤੂੰ ਉੱਥੇ ਵੀ ਆ, ਕਹਿੰਦਾ ਮੈਂ ਨਰਕ ਦੇ ਵਿੱਚ ਵੀ ਚਲਾ ਜਾਊਂਗਾ, ਪਰਮੇਸ਼ਰ ਤੇਰਾ ਆਤਮਾ ਉੱਥੇ ਵੀ ਮੈਨੂੰ ਲੱਭ ਲਏਗਾ। ਹਾਲੇਲੂਇਆ। ਪਰਮੇਸ਼ਰ ਦੀ ਯੋਜਨਾ ਤੋਂ ਤੁਸੀਂ ਭੱਜ ਨਹੀਂ ਸਕਦੇ। ਇਹ ਨਾ ਸੋਚੋ ਯੋਜਨਾ ਕੱਲੀ ਔਖੀ ਹੁੰਦੀ ਹੈਗੀ ਆ, ਜਿਹੜੇ ਉਦੋਂ ਬਾਅਦ ਰਿਜ਼ਲਟ ਹੁੰਦੇ ਨਾ ਉਹ ਬੜੇ ਜ਼ਬਰਦਸਤ ਹੁੰਦੇ ਹੈਗੇ ਆ। ਜਦੋਂ ਤੁਸੀਂ ਉਹ ਕੰਮ ਕਰ ਦਿੰਦੇ ਉਦੋਂ ਬਾਅਦ ਜਿਹੜਾ ਪਰਮੇਸ਼ਰ ਤੁਹਾਡੇ ਜੀਵਨ 'ਚ ਕੰਮ ਕਰਦਾ, ਇਹੋ ਜਿਹੀ ਜਗ੍ਹਾ ਤੇ ਪਰਮੇਸ਼ਰ ਤੁਹਾਨੂੰ ਖੜਾ ਕਰ ਦਿੰਦਾ ਹੈ, ਲੋਕੀ ਵੇਖ ਵੇਖ ਕਹਿੰਦੇ ਕਿ ਉਹ ਬੰਦੇ ਵਰਗਾ ਬਣਨਾ ਹੈ, ਮੈਂ ਇਸ ਭਰਾ ਵਰਗਾ ਮੈਂ ਬਣਨਾ, ਇਸ ਭੈਣ ਵਰਗਾ ਮੈਂ ਬਣਨਾ ਹੈਗਾ ਹੈ। ਹਾਲੇਲੂਇਆ। ਬਾਈਬਲ 'ਚ ਲਿਖਿਆ ਯੂਨਾ ਕਹਿੰਦਾ ਕੰਮ ਔਖਾ ਹੈ, ਕਹਿੰਦਾ ਇੱਧਰ ਨੂੰ ਚੱਲਦੇ ਆ, ਸ਼ਾਇਦ ਪਰਮੇਸ਼ਰ ਕਿਸੇ ਹੋਰ ਨੂੰ ਚੁਣ ਲਊਗਾ, ਸ਼ਾਇਦ ਇਹ ਯੋਜਨਾ ਟਲ ਜਾਊਗੀ। ਬਾਈਬਲ 'ਚ ਲਿਖਿਆ ਪਰਮੇਸ਼ਰ ਨੇ ਉਹਦਾ ਪਿੱਛਾ ਕੀਤਾ ਹੈ, ਪਰਮੇਸ਼ਰ ਦੀ ਬੁਲਾਹਟ ਨੇ ਉਹਦਾ ਪਿੱਛਾ ਕੀਤਾ ਹੈ। ਔਰ ਜਿਹੜਾ ਕੰਮ ਪਰਮੇਸ਼ਰ ਨੇ ਉਹਨੂੰ ਦਿੱਤਾ ਸੀ, ਜਦੋਂ ਉਹ ਆਪਦੇ ਕੰਮ ਤੋਂ ਭੱਜਿਆ, ਤੁਹਾਡੇ ਵਿੱਚ ਬਹੁਤ ਸਾਰੇ ਲੋਕ ਹੈਗੇ ਜਿਹੜੇ ਭੱਜਦੇ ਆਪਦੇ ਕੰਮ ਤੋਂ। ਅਗਰ ਮੈਂ ਸੱਚੀ ਕਹਾਂ ਤੁਹਾਡੇ ਸਾਰੇ ਜਿਹੜੇ ਤੁਸੀਂ ਇਸੇ ਸੇਮ ਕੈਟਾਗਰੀ ਵਾਲੇ, ਇੱਕ ਸਿੰਗਲ ਬੰਦਾ ਮੈਂ ਤੁਹਾਡੀ ਉਂਗਲ ਫੜ ਕੇ ਨਹੀਂ ਕਹਿ ਸਕਦਾ ਕਿ ਤੁਸੀਂ ਵਧੀਆ ਤਰੀਕੇ ਨਾਲ ਆਪਣੇ ਜੀਵਨ 'ਚ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਚੱਲਦੇ ਪਏ। ਗਰੰਟੀ ਮੈਂ ਕਹਿ ਦੇਣਾ, ਗਰੰਟੀ ਨਾਲ। ਯੂਨਾ ਕਹਿੰਦਾ ਆਪਣੇ ਆਪ ਕੋਈ ਹੋਰ ਬੰਦਾ ਆ ਜਾਊਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਏ, ਤੁਸੀਂ ਅਗਰ ਸਧਾਰਨ ਤੇ ਆਮ ਹੁੰਦੇ ਨਾ, ਪਰਮੇਸ਼ਰ ਨੇ ਕਹਿਣਾ ਇਹਨੂੰ ਛੱਡੋ, ਇਹਨੂੰ ਫੜ ਲੈਂਦੇ ਆ। ਤੁਸੀਂ ਖਾਸ ਹੈਗੇ ਆ, ਜਿਹੜਾ ਕੰਮ ਤੁਸੀਂ ਕਰ ਸਕਦੇ ਆ ਉਹ ਤੁਸੀਂ ਹੀ ਕਰ ਸਕਦੇ ਹੈਗੇ ਆ। ਤਾਂ ਪਰਮੇਸ਼ਰ ਦੀ ਬੁਲਾਹਟ ਤੁਹਾਡਾ ਪਿੱਛਾ ਕਰਦੀ ਹੈਗੀ ਆ। ਤੁਸੀਂ ਕਹਿੰਦੇ ਮੈਂ ਬੇਕਾਰ ਆ, ਮੇਰੇ ਤੋਂ ਨਹੀਂ ਹੋਣਾ, ਪਰਮੇਸ਼ਰ ਕਹਿੰਦਾ ਤੂੰ ਹੀ ਕਰੇਗਾ, ਤੂੰ ਖਾਸ ਹੈਗਾ ਏ। ਵਚਨ ਕਹਿੰਦਾ ਪਿਆ ਏ, ਮੈਂ ਨਹੀਂ ਕਹਿ ਰਿਹਾ। ਬਾਈਬਲ 'ਚ ਲਿਖਿਆ ਯੂਨਾ ਕਹਿੰਦਾ ਇੱਧਰ ਨੂੰ ਚੱਲਦੇ ਆ, ਪੁੱਠੇ ਪਾਸੇ। ਪਰਮੇਸ਼ਰ ਦੀ ਬੁਲਾਹਟ ਨੇ ਉਹਦਾ ਪਿੱਛਾ ਕੀਤਾ ਹੈਗਾ। ਔਰ ਬਾਈਬਲ ਦੇ ਵਿੱਚ ਲਿਖਿਆ ਹੈ ਜੋ ਪਰਮੇਸ਼ਰ ਦੀ ਯੋਜਨਾ ਦੇ ਜੀਵਨ ਸੀ, ਉਸ ਯੋਜਨਾ ਨੇ ਉਹਦਾ ਖਹਿੜਾ ਨਹੀਂ ਛੱਡਿਆ। ਕਿਸ਼ਤੀ 'ਚ ਬਹਿ ਗਿਆ ਹੈ, ਸਮੁੰਦਰ ਦੇ ਵਿੱਚ ਬਹਿ ਕੇ ਜਾ ਰਿਹਾ ਹੈ, ਨਾਲ ਕੁਝ ਹੋਰ ਸਾਥੀ ਵੀ ਬੈਠੇ ਹੋਏ ਹੈਗੇ, ਉਹ ਪਰਮੇਸ਼ਰ ਨੂੰ ਨਹੀਂ ਜਾਣਦੇ। ਬਾਈਬਲ ਦੇ ਵਿੱਚ ਲਿਖਿਆ ਹੈ ਸਮੁੰਦਰ ਦੇ ਵਿੱਚ ਤੂਫਾਨ ਆ ਗਿਆ ਹੈਗਾ, ਲਹਿਰਾਂ ਉੱਚੇ ਉੱਚੇ ਉੱਠਣ ਲੱਗੀਆਂ ਔਰ ਪਾਣੀ ਕਿਸ਼ਤੀ ਦੇ ਵਿੱਚ ਭਰ ਲੱਗਿਆ ਔਰ ਕਿਸ਼ਤੀ ਡੁੱਬਣ ਲੱਗ ਪਈ। ਬਾਈਬਲ ਦੇ ਵਿੱਚ ਲਿਖਿਆ ਉਹਨਾਂ ਨੇ ਸਾਰਾ ਸਮਾਨ ਜਿਹੜਾ ਕਿਸ਼ਤੀ ਦਾ ਸੀ ਨਾ ਸਮੁੰਦਰ 'ਚ ਸੁੱਟਤਾ, ਹੌਲਾ ਕੀਤਾ। ਅਗਰ ਕਿਸ਼ਤੀ ਹੌਲੀ ਨਹੀਂ ਕੀਤੀ ਤਾਂ ਅਸੀਂ ਡੁੱਬ ਜਾਵਾਂਗੇ। ਬਾਈਬਲ ਦੇ ਵਿੱਚ ਲਿਖਿਆ ਉਹ ਬੰਦੇ ਪਰਮੇਸ਼ਰ ਨੂੰ ਜਾਣਦੇ ਨਹੀਂ ਸੀਗੇ। ਸੋਚੋ, ਉਹ ਲੋਕ ਪਰਮੇਸ਼ਰ ਨੂੰ ਜਾਣਦੇ ਨਹੀਂ ਸੀ, ਜਿਹੜੇ 2 ਜਾਂ 3 ਕਿਸ਼ਤੀ 'ਚ ਬੈਠੇ ਸੀ ਉਹ ਪ੍ਰਭੂ ਨੂੰ ਜਾਣਦੇ ਨਹੀਂ ਸੀ, ਪਰਮੇਸ਼ਰ ਨੂੰ ਜਾਣਦੇ ਨਹੀਂ ਸੀ। ਕਹਿੰਦੇ ਜ਼ਰੂਰ ਆਪਣੇ ਵਿੱਚੋਂ ਇੱਕ ਨਾ ਇੱਕ ਬੰਦਾ ਅਜਿਹਾ ਹੈ ਜਿਹਨੇ ਕੁਝ ਗਲਤ ਕੀਤਾ ਹੈਗਾ ਏ। ਕਹਿੰਦੇ ਚਿੱਠੀ ਪਾਈ ਹੈ, ਕਹਿੰਦੇ ਆਪਾਂ। ਬਾਈਬਲ 'ਚ ਲਿਖਿਆ ਉਹਨਾਂ ਨੇ ਚਿੱਠੀ ਪਾਈ, ਚਿੱਠੀ ਖੋਲੀ, ਨਾਮ ਨਿਕਲਿਆ, ਉੱਤੇ ਲਿਖਿਆ ਸੀ ਯੂਨਾ। ਹਾਲੇਲੂਇਆ। ਕਹਿੰਦੇ ਤੂੰ ਕਿਹੋ ਜਿਹਾ ਕਿਹੜਾ ਗਲਤ ਕੰਮ ਕੀਤਾ ਹੈਗਾ ਏ? ਕਹਿੰਦਾ ਪਰਮੇਸ਼ਰ ਨੇ ਕੁਝ ਕਰਨ ਦੇ ਲਈ ਕਿਹਾ ਸੀ, ਪਰਮੇਸ਼ਰ ਯਹੋਵਾ ਨੇ ਕੁਝ ਕਰਨ ਦੇ ਲਈ ਕਿਹਾ ਸੀ। ਕਹਿੰਦਾ ਮੈਂ ਉਹ ਕੰਮ ਨਾ ਕਰਕੇ ਮੈਂ ਦੂਸਰੇ ਪਾਸੇ ਭੱਜਣ ਦੇ ਲਈ ਚੱਲਿਆ। ਉਹ ਡਰ ਗਏ। ਸੋਚੋ, ਉਹ ਪਰਮੇਸ਼ਰ ਨੂੰ ਜਾਣਦੇ ਵੀ ਨਹੀਂ। ਕਹਿੰਦੇ ਇਹਨਾਂ ਦਾ ਪਰਮੇਸ਼ਰ ਬੜਾ ਹੀ ਜ਼ਬਰਦਸਤ ਆ, ਕਹਿੰਦੇ ਉਹਦੇ ਸਾਹਮਣੇ ਤਾਂ ਕੋਈ ਵੀ ਦੇਵਤਾ ਟਿਕ ਨਹੀਂ ਪਾਉਂਦਾ।
ਇਹਨਾਂ ਦਾ ਪਰਮੇਸ਼ਰ ਦਾ ਸਾਰਿਆਂ ਨਾਲੋਂ ਵੱਡਾ ਪਰਮੇਸ਼ਰ ਆ। ਕਹਿੰਦੇ ਤੂੰ ਇਹ ਕੰਮ ਕਰਕੇ ਸਾਨੂੰ ਵੀ ਮੁਸੀਬਤ ਚ ਪਾ ਦਿੱਤਾ ਹੈਗਾ। ਹਾਲੇਲੂਇਆ। ਅੱਜ ਤੁਹਾਡੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਇੱਥੇ ਬੈਠੇ, ਤੁਹਾਨੂੰ ਪਤਾ ਤੁਹਾਡੇ ਜੀਵਨ 'ਚ ਸਮੱਸਿਆਵਾਂ ਕਿਉਂ ਆ, ਤੁਹਾਡੇ ਪਰਿਵਾਰਾਂ 'ਚ ਸਮੱਸਿਆਵਾਂ ਕਿਉਂ ਆ, ਤੁਹਾਡੇ ਕੰਮ ਕਰ ਕਿਉਂ ਨਹੀਂ ਸਹੀ ਹੈਗੇ, ਤੁਹਾਡੇ ਜੀਵਨ ਕਿਉਂ ਨਹੀਂ ਸਹੀ ਹੈਗੇ, ਜਿਹੜੇ ਕੰਮ 'ਚ ਤੁਸੀਂ ਹੱਥ ਪਾਉਂਦੇ ਹੋ ਤੇ ਫੇਲ ਕਿਉਂ ਜਾਂਦੇ। ਤੁਹਾਨੂੰ ਪਤਾ ਤੁਸੀਂ ਉਸ ਕੰਮ ਦੇ ਵਿੱਚ, ਉਸ ਯੋਜਨਾ 'ਚ ਹੈਗੇ ਹੀ ਨਹੀਂ ਜਿੱਥੇ ਪਰਮੇਸ਼ਰ ਨੇ ਤੁਹਾਨੂੰ ਰੱਖਿਆ ਸੀਗਾ। ਹਾਲੇਲੂਇਆ। ਬਾਈਬਲ 'ਚ ਲਿਖਿਆ ਯੀਸ਼ੂ ਮਸੀਹ ਦੀ ਯੋਜਨਾ ਨੂੰ ਪੂਰਾ ਕਰਨ ਦੇ ਲਈ ਜਾ ਰਿਹਾ ਆ। ਔਖਾ ਕੰਮ ਆ ਲੇਕਿਨ ਪ੍ਰਭੂ ਯੀਸ਼ੂ ਮਸੀਹ ਕਹਿੰਦੇ ਮੈਂ ਕਰਨਾ ਏ। ਯੋਨਾ ਕਹਿੰਦਾ ਆਪਣੇ ਤੋਂ ਨਹੀਂ ਹੋਣਾ। ਪਰ ਬਾਈਬਲ 'ਚ ਲਿਖਿਆ ਉਸ ਕਿਸ਼ਤੀ 'ਚ ਬੈਠੇ ਸਾਰੇ ਲੋਕਾਂ ਦੀ ਜਾਨ ਵੀ ਇਸ ਬੰਦੇ ਨੇ ਖਤਰੇ 'ਚ ਪਾ ਦਿੱਤੀ ਹੈਗੀ ਆ। ਅੱਜ ਤੁਹਾਡੇ ਪਰਿਵਾਰਾਂ ਦੇ ਵਿੱਚ ਵੀ ਸਾਰਾ ਕੁਝ ਘਾਟੇ 'ਚ ਕਿਉਂ ਚੱਲਦਾ ਪਿਆ, ਰੁਕਾਵਟਾਂ ਪਰੇਸ਼ਾਨੀ 'ਚ ਕਿਉਂ ਚੱਲਦਾ ਪਿਆ? ਕਿਉਂਕਿ ਅਸੀਂ ਨਾ ਪਰਮੇਸ਼ਰ ਦੀ ਯੋਜਨਾ 'ਚ ਨਹੀਂ ਹੈਗੇ ਕਿਤੇ ਨਾ ਕਿਤੇ। ਉਹਦੀ ਯੋਜਨਾ 'ਚ ਜਦੋਂ ਅਸੀਂ ਬਾਹਰ ਹੋ ਜਾਂਦੇ ਆ, ਪੁੱਠੇ ਪਾਸੇ ਦੇ ਵੱਲ ਜਾਂਦੇ ਹੈਗੇ ਆ, ਪਰਮੇਸ਼ਰ ਦੀ ਕਿਰਪਾ ਵੀ ਸਾਡੇ ਜੀਵਨ 'ਚੋਂ ਹਟ ਜਾਂਦੀ ਹੈ। ਸ਼ੈਤਾਨ ਦੇ ਹੱਥਾਂ ਦੇ ਵਿੱਚ ਅਸੀਂ ਕਈ ਵਾਰੀ ਚਲੇ ਜਾਂਦੇ ਹੈਗੇ। ਉਹਨੂੰ ਆਸਾਨ ਹੋ ਜਾਂਦਾ ਹੈ ਕਿ ਇਹ ਭਗੌੜਾ ਏ। ਭਗੌੜਾ ਸਮਝਦੇ ਕੀ ਹੁੰਦਾ? ਪੁਲਿਸ ਵਾਲਿਆਂ ਦੀ ਭਾਸ਼ਾ 'ਚ ਪੀਓ ਕਹਿੰਦੇ ਉਹਨੂੰ, ਜਿਹੜਾ ਭੱਜ ਗਿਆ ਹੋਵੇ ਆਪਦੇ ਕੰਮ ਤੋਂ। ਸ਼ੈਤਾਨ ਨੂੰ ਪਤਾ ਲੱਗ ਜਾਂਦਾ ਇਹ ਭਗੌੜਾ ਏ। ਪਰਮੇਸ਼ਰ ਦੇ ਵਚਨ 'ਚ ਉਹਦੀ ਯੋਜਨਾ 'ਚ ਭੱਜਿਆ ਹੋਇਆ ਮਨੁੱਖ ਆ, ਇਹਨੂੰ ਮਾਰਨਾ ਆਸਾਨ ਆ, ਇਹਦੇ ਜੀਵਨ 'ਚ ਕੰਮ ਕਰਨਾ ਆਸਾਨ ਆ। ਅੱਜ ਕਿਉਂ ਦੁਸ਼ਟ ਆਤਮਾਵਾਂ ਆਸਾਨੀ ਨਾਲ ਤੁਹਾਡੇ ਘਰ 'ਚ ਕੰਮ ਕਰ ਪਾਉਂਦੀਆਂ? ਕਿਉਂ ਬਿਮਾਰੀਆਂ ਕੰਮ ਕਰ ਪਾਉਂਦੀਆਂ ਹੈਗੀਆਂ? ਕਿਉਂ ਸਾਡੀ ਸਾਰੀ ਜਿਹੜੀ ਬਰਕਤ ਆ ਅਸੀਂ ਕਈ ਵਾਰੀ ਪਾਉਣ ਵਾਲੇ ਹੁੰਦੇ ਆ, ਕਿਉਂ ਨੇੜੇ ਪਹੁੰਚ ਕੇ ਅਸੀਂ ਫੇਲ ਹੋ ਜਾਂਦੇ ਆ? ਕਿਉਂ ਸਾਡੀਆਂ ਬਰਕਤਾਂ ਪਹਿਲਾਂ ਤਾਂ ਨੇੜੇ ਸਾਡੇ ਹੱਥ 'ਚ ਪਹੁੰਚਣ ਵਾਲੀਆਂ ਹੁੰਦੀਆਂ, ਉਦੋਂ ਪਹਿਲਾਂ ਹੀ ਕਿਉਂ ਖਤਮ ਹੋ ਜਾਂਦੀਆਂ? ਅਸੀਂ ਕਈ ਵਾਰੀ ਉਹਦੀ ਯੋਜਨਾ 'ਚ ਬਣੇ ਨਹੀਂ ਰਹਿੰਦੇ ਹੈਗੇ। ਇੱਕ ਗੱਲ ਸਮਝ ਲਿਓ ਜੀ, ਪਰਮੇਸ਼ਰ ਦੀ ਯੋਜਨਾ ਜਦੋਂ ਸਾਡੇ ਜੀਵਨ 'ਚ ਆਉਂਦੀ ਹੈਗੀ ਆ, ਅਸੀਂ ਪ੍ਰਾਰਥਨਾ ਵਚਨ ਇਹ ਤੋਂ ਬਿਨਾਂ ਕੋਈ ਵੀ ਹੋਰ ਕੰਮ ਨਹੀਂ ਕਰਦੇ। ਮੈਨੂੰ ਬਹੁਤ ਸਾਰੇ ਲੋਕੀ ਮਿਲਦੇ ਹੈਗੇ ਆ, ਆਪਣੇ ਚਰਚ ਦੇ ਲੋਕੀ ਵੀ ਮੈਨੂੰ ਮਿਲਦੇ ਹੈਗੇ। ਮੈਂ ਪਹਿਲਾਂ ਵੀ ਕਹਿੰਦਾ ਨੂੰ ਤੁਸੀਂ ਮੇਰੇ ਸਾਹਮਣੇ ਜਿੱਡਾ ਵੱਡਾ ਮਰਜ਼ੀ ਝੂਠ ਮਾਰੀ ਜਾਓ, ਜੋ ਮਰਜ਼ੀ ਬੋਲੀ ਜਾਓ, ਰੋ ਕੇ ਬੋਲੀ ਜਾਓ, ਤੁਹਾਡੇ ਅੰਦਰ ਕੀ ਹੈਗਾ ਏ ਪਰਮੇਸ਼ਰ ਦੇ ਵਚਨ ਦੇ ਜ਼ਰੀਏ, ਉਹਦੇ ਆਤਮਾ ਦੀ ਆਵਾਜ਼ ਦੇ ਜ਼ਰੀਏ ਮੈਂ ਪਛਾਣ ਸਕਦਾ ਹੈਗਾ। ਜਿੰਨਾ ਮਰਜ਼ੀ ਕਰੀ ਜਾਓ, ਪਾਸਟਰ ਜੀ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਆ, ਕਰੀ ਜਾਓ, ਤੁਹਾਡੇ ਅੰਦਰ ਕੀ ਹੈਗਾ ਏ ਮੈਂ ਸਮਝ ਸਕਦਾ, ਮੈਂ ਦੇਖ ਸਕਦਾ ਹੈਗਾ। ਹਾਲੇਲੂਇਆ। ਇੱਕ ਗੱਲ ਸਮਝ ਲਿਓ ਜੀ, ਜ਼ਿਆਦਾ ਬੋਲਣ ਵਾਲਾ ਵਿਅਕਤੀ ਆਪਦੇ ਗੁਆਂਢੀ ਨੂੰ ਬੋਲੋ, ਜ਼ਿਆਦਾ ਬੋਲਣ ਵਾਲਾ ਵਿਅਕਤੀ, ਅੱਖਾਂ ਚੱਕਾਂ ਪਾ ਕੇ ਬੋਲੋ, ਜ਼ਿਆਦਾ ਬੋਲਣ ਵਾਲਾ ਵਿਅਕਤੀ ਕਦੇ ਵੀ ਜ਼ਿਆਦਾ ਪ੍ਰਾਰਥਨਾ ਕਰਨ ਵਾਲਾ ਨਹੀਂ ਹੋ ਸਕਦਾ। ਚੰਗੀ ਤਰ੍ਹਾਂ ਬੋਲੋ, ਜ਼ਿਆਦਾ ਬੋਲਣ ਵਾਲਾ ਵਿਅਕਤੀ ਕਦੇ ਵੀ ਜ਼ਿਆਦਾ ਪ੍ਰਾਰਥਨਾ ਕਰਨ ਵਾਲਾ ਨਹੀਂ ਹੋ ਸਕਦਾ, ਤੇ ਜਿਹੜਾ ਜ਼ਿਆਦਾ ਪ੍ਰਾਰਥਨਾ ਕਰਦਾ ਉਹ ਕਦੇ ਵੀ ਜ਼ਿਆਦਾ ਬੋਲਣ ਵਾਲਾ ਨਹੀਂ ਹੋ ਸਕਦਾ। ਹਾਲੇਲੂਇਆ। ਇਹ ਤੁਹਾਨੂੰ ਮੈਂ ਸਰਾਗ ਦੇ ਦਿੱਤਾ ਹੈਗਾ, ਜਿਹੜਾ ਕੋਈ ਤੁਹਾਡੇ ਸਾਹਮਣੇ ਜ਼ਿਆਦਾ ਬੋਲਦਾ ਪਿਆ ਨਾ, ਬਸ ਸਿੰਪਲ ਵਚਨ ਜਦੋਂ ਤੁਹਾਡੇ ਜਿਵੇਂ ਜਾਏਗਾ ਤੁਸੀਂ ਆਸਾਨੀ ਨਾਲ ਕਿਸੇ ਨੂੰ ਫੜ ਸਕਦੇ ਹੈਗੇ। ਕਈ ਥਾਵਾਂ ਤੇ ਤੁਹਾਨੂੰ ਪਰਮੇਸ਼ਰ ਦੇ ਆਤਮਾ ਨੂੰ ਸੁਣਨ ਦੀ ਲੋੜ ਨਹੀਂ, ਸਿਰਫ ਉਹਦੇ ਵਚਨ ਜੋ ਤੁਹਾਨੂੰ ਦੇਖ ਕੇ ਪਤਾ ਲੱਗ ਜਾਊ ਇਹ ਬੰਦਾ, ਇਹ ਭਰਾ, ਇਹ ਭੈਣ ਕਿਵੇਂ ਦੀ ਹੈ। ਤੁਹਾਡੇ ਕੋਲ ਵੀ ਚਾਬੀ ਆ ਗਈ ਹੈਗੀ, ਤੁਹਾਨੂੰ ਵੀ ਪਤਾ ਲੱਗ ਗਿਆ। ਜੇ ਕੋਈ ਜ਼ਿਆਦਾ ਹੀ ਬੋਲਦਾ ਪਿਆ ਨਾ, ਉਹ ਝੂਠ ਵੀ ਮਾਰੂਗਾ, ਮੈਂ ਬੜੀ ਪ੍ਰਾਰਥਨਾ ਕਰਦਾ, ਸਮਝ ਲਿਓ ਜੀ, ਤੁਹਾਨੂੰ ਪਤਾ ਲੱਗ ਜਾਊ ਕਿੰਨੀ ਕੁ ਪ੍ਰਾਰਥਨਾ ਕਰਦਾ ਹੈਗਾ।